ਸਵਾਗਤ ਹੈ ਜੀ ਸਾਰਿਆਂ ਦਾ। ਅੱਜ ਆਪਾਂ ਦੇਵਰਾਜ ਇੰਦਰ ਬਾਰੇ ਇੱਕ ਡੂੰਗੀ ਗੱਲਬਾਤ ਕਰਾਂਗੇ। ਹਾਂਜੀ ਬਿਲਕੁਲ, ਤੇ ਇਹ ਦੇਖਾਂਗੇ ਕਿ ਵੇਦਾਂ ਦੇ ਉਹ ਸ਼ਕਤੀਸ਼ਾਲੀ ਦੇਵਤਾ ਪੁਰਾਣਾ ਤੱਕ ਆਉਂਦੇ ਉਹਨਾਂ ਦਾ ਰੂਪ ਕਿਵੇਂ ਬਦਲਿਆ। ਆਪਣੇ ਕੋਲ ਸਰੋਤ ਵੀ ਕਾਫੀ ਨੇ ਹੈ ਨਾ, ਵੇਦਾਂ ਦੇ ਹਵਾਲੇ, ਪੁਰਾਣਾਂ ਦੀਆਂ ਕਹਾਣੀਆਂ। ਹਾਂ, ਤੇ ਅੱਜਕੱਲ ਦੇ ਸਰੋਤ ਵੀ ਜਿਵੇਂ ਵਿਕੀਪੀਡੀਆ, ਰੈਡਿਟ ਵਰਗੀਆਂ ਥਾਵਾਂ ਤੇ ਲੋਕਾਂ ਦੀਆਂ ਚਰਚਾਵਾਂ ਤੇ ਵਿਦਵਾਨਾਂ ਦੇ ਲੇਖ ਵੀ। ਤੇ ਆਪਣਾ ਮਕਸਦ ਬਸ ਇਹੀ ਸਮਝਣਾ ਹੈ ਕਿ ਇਹ ਬਦਲਾ ਕਿਉਂ ਆਇਆ। ਉਹ ਸਰਵਉੱਚ ਦੇਵਤਾ ਇੱਕ ਤਰ੍ਹਾਂ ਨਾਲ ਨੁਕਸਾਂ ਵਾਲੇ ਰਾਜਾ ਕਿਵੇਂ ਬਣ ਗਿਆ। ਸ਼ੁਰੂਆਤ ਫਿਰ ਵੇਦਾਂ ਤੋਂ ਕਰਦੇ ਹਾਂ। ਰਿਗਵੇਦ ਵਿੱਚ ਤਾਂ ਜੀ ਇੰਦਰ ਦਾ ਬਹੁਤ ਉੱਚਾ ਸਥਾਨ ਸੀ। ਹਾਂ, ਮੈਂ ਪੜਿਆ ਸੀ ਲਗਭਗ 250 ਸੂਕਤ ਉਹਨਾਂ ਨੂੰ ਸਮਰਪਿਤ ਨੇ। ਇਹ ਤਾਂ ਬਹੁਤ ਵੱਡੀ ਗਿਣਤੀ ਹੈ। ਬਹੁਤ ਜ਼ਿਆਦਾ। ਉਹ ਅਸਮਾਨ, ਤੂਫਾਨ, ਗਰਜ, ਬਿਜਲੀ, ਮਤਲਬ ਸ਼ਕਤੀ ਤੇ ਬਹਾਦਰੀ ਦੇ ਪ੍ਰਤੀਕ ਸਨ। ਤੇ ਉਹਨਾਂ ਦੇ ਖਾਸ ਨਾਮ ਵੀ ਸਨ, ਜਿਵੇਂ ਵ੍ਰਿਤਰਹਨ। ਇਹਦਾ ਕੀ ਮਤਲਬ ਸੀ? ਵ੍ਰਿਤਰਹਨ ਮਤਲਬ ਵ੍ਰਿਤਰ ਨੂੰ ਮਾਰਨ ਵਾਲਾ। ਵ੍ਰਿਤਰ ਇੱਕ ਅਸੁਰ ਸੀ ਜਿਸਨੇ ਕਹਿੰਦੇ ਨੇ ਪਾਣੀ ਰੋਕ ਲਿਆ ਸੀ। ਅੱਛਾ, ਤਾਂ ਮਤਲਬ ਸੋਕਾ ਪੈ ਗਿਆ ਹੋਣਾ। ਹਾਂਜੀ ਬਿਲਕੁਲ, ਤੇ ਇੰਦਰ ਨੇ ਉਹਨੂੰ ਮਾਰ ਕੇ ਪਾਣੀ ਛੁਡਾਏ। ਇਹ ਇੱਕ ਤਰ੍ਹਾਂ ਨਾਲ ਕੀ ਕਹਿੰਦੇ ਆ, ਅਵਿਵਸਥਾ ਤੇ ਵਿਵਸਥਾ ਦੀ ਜਿੱਤ ਸੀ। ਹਨੇਰੇ ਤੇ ਚਾਨਣ ਵਾਲੀ ਗੱਲ। ਤੇ ਪੁਰੰਦਰ ਵੀ ਕਹਿੰਦੇ ਸੀ। ਹਾਂ, ਪੁਰੰਦਰ ਯਾਨੀ ਕਿਲਿਆਂ ਨੂੰ ਤੋੜਨ ਵਾਲਾ, ਉਹਨਾਂ ਦੀ ਯੋਧਾ ਵਾਲੀ ਸ਼ਕਤੀ ਦਾ ਪ੍ਰਤੀਕ। ਤੇ ਸੋਮ ਰਸ ਪੀਣਾ ਵੀ ਉਹਨਾਂ ਦੀ ਸ਼ਕਤੀ ਨਾਲ ਜੁੜਿਆ ਹੋਇਆ ਸੀ। ਅੱਛਾ, ਤੇ ਉਹਨਾਂ ਦੇ ਚਿੰਨ ਜਿਵੇਂ ਵਜਰ। ਹਾਂ, ਵਜਰ ਜਿਹੜਾ ਬਿਜਲੀ ਦਾ ਹੀ ਰੂਪ ਹੈ, ਉਹਨਾਂ ਦਾ ਮੁੱਖ ਹਥਿਆਰ ਕਹਿੰਦੇ ਨੇ ਮਹਰਸ਼ੀ ਦਧੀਚੀ ਦੀਆਂ ਹੱਡੀਆਂ ਤੋਂ ਬਣਿਆ ਸੀ। ਕਮਾਲ ਹੈ। ਵਿਸ਼ਵਕਰਮਾ ਨੇ ਬਣਾਇਆ ਸੀ ਜਾਂ ਤਵਸ਼ਟਾ ਨੇ? ਵੱਖ-ਵੱਖ ਗੱਲਾਂ ਸੁਣੀਆਂ ਨੇ। ਹਾਂ, ਵੱਖ-ਵੱਖ ਹਵਾਲੇ ਮਿਲਦੇ ਨੇ। ਫਿਰ ਐਰਾਵਤ ਹਾਥੀ, ਉਹ ਚਿੱਟਾ ਹਾਥੀ ਜਿਹੜਾ ਸਮੁੰਦਰ ਮੰਥਨ ਚੋਂ ਨਿਕਲਿਆ ਸੀ। ਉਹ ਉਹਨਾਂ ਦੀ ਸਵਾਰੀ, ਸ਼ਾਹੀ ਸ਼ਾਨ ਦਾ ਪ੍ਰਤੀਕ। ਹਾਂ, ਤੇ ਮੀਂਹ ਨਾਲ ਵੀ ਸਬੰਧ ਜੋੜਦੇ ਨੇ। ਤੇ ਫਿਰ ਅਮਰਾਵਤੀ, ਸਵਰਗ ਦੀ ਰਾਜਧਾਨੀ, ਬੜੀ ਸ਼ਾਨੋ ਸ਼ੌਕਤ ਵਾਲੀ, ਪਰ ਹਾਂ ਸਥਾਈ ਨਹੀਂ। ਪਰ ਇੱਥੇ ਗੱਲ ਮੁੱਕਦੀ ਨਹੀਂ। ਜਦੋਂ ਆਪਾਂ ਪੁਰਾਣਾ ਚਾਹੁੰਦੇ ਹਾਂ ਤਾਂ ਕਹਾਣੀ ਬਦਲ ਜਾਂਦੀ ਹੈ। ਉੱਥੇ ਉਹ ਤ੍ਰਿਮੂਰਤੀ ਦੇ ਅਧੀਨ ਕਿਵੇਂ ਹੋ ਗਏ? ਇਹ ਬਹੁਤ ਵੱਡਾ ਬਦਲਾਵ ਸੀ, ਸਿਰਫ ਉਹਨਾਂ ਦੇ ਰੁਤਬੇ 'ਚ ਨਹੀਂ, ਉਹਨਾਂ ਦੇ ਚਰਿੱਤਰ 'ਚ ਵੀ। ਪੁਰਾਣਾ ਵਾਲਾ ਇੰਦਰ ਅਕਸਰ ਥੋੜਾ ਅਸੁਰੱਖਿਅਤ, ਭੋਗ ਵਿਲਾਸ 'ਚ ਡੁੱਬਿਆ, ਹੰਕਾਰੀ, ਕਈ ਵਾਰ ਧੋਖਾ ਕਰਦਾ ਵੀ ਦਿਸਦਾ। ਆਪਣੇ ਸਿੰਘਾਸਨ ਦੀ ਚਿੰਤਾ 'ਚ, ਹਨਾ? ਬਿਲਕੁਲ। ਆਪਣੇ ਇੰਦਰ ਲੋਕ ਨੂੰ ਬਚਾਉਣ ਲਈ ਕੁਝ ਵੀ ਕਰਨ ਨੂੰ ਤਿਆਰ। ਇਹ ਕਹਾਣੀਆਂ ਸਿਰਫ ਕਿੱਸੇ ਨਹੀਂ, ਇਹ ਉਸ ਵੇਲੇ ਦੀ ਸੋਚ ਨੂੰ ਦਰਸਾਉਂਦੀਆਂ ਨੇ ਜਦੋਂ ਸ਼ਾਇਦ ਨੈਤਿਕਤਾ ਤੇ ਜ਼ਿਆਦਾ ਜ਼ੋਰ ਦਿੱਤਾ ਜਾਣ ਲੱਗਾ ਸੀ। ਜਿਵੇਂ ਉਹ ਅਹਲਿਆ ਵਾਲੀ ਕਹਾਣੀ, ਉਹ ਤਾਂ ਕਾਫੀ ਮਸ਼ਹੂਰ ਹੈ। ਹਾਂਜੀ, ਬਹੁਤ ਜ਼ਿਆਦਾ। ਗੌਤਮ ਰਿਸ਼ੀ ਦਾ ਭੇਸ ਬਣਾ ਕੇ ਅਹਲਿਆ ਨਾਲ ਛਲ ਕਰਨਾ, ਫਿਰ ਸਰਾਪ ਮਿਲਣਾ, 1000 ਅੱਖਾਂ ਵਾਲਾ ਕਿੱਸਾ। ਹਾਂ, ਉਹਦੇ ਵੀ ਵੱਖ-ਵੱਖ ਰੂਪ ਮਿਲਦੇ ਨੇ। ਕਈ ਥਾਂ ਅਹਲਿਆ ਦੀ ਸਹਿਮਤੀ, ਕਈ ਥਾਂ ਉਹਨਾਂ ਦੀ ਨਿਰਦੋਸ਼ਤਾ, ਫਿਰ ਰਾਮ ਜੀ ਆ ਕੇ ਮੁਕਤ ਕਰਦੇ ਨੇ। ਤੇ ਦੂਜਾ ਉਹ ਗੋਵਰਧਨ ਪਰਬਤ ਵਾਲੀ ਲੀਲਾ, ਜਦੋਂ ਕ੍ਰਿਸ਼ਨ ਜੀ ਨੇ ਪੂਜਾ ਬੰਦ ਕਰਵਾ ਦਿੱਤੀ। ਹਾਂ, ਤੇ ਇੰਦਰ ਗੁੱਸੇ 'ਚ ਆ ਗਏ ਤੇ ਬਹੁਤ ਮੀਂਹ ਵਰਸਾਇਆ। ਪਰ ਕ੍ਰਿਸ਼ਨ ਜੀ ਨੇ ਪਹਾੜ ਚੁੱਕ ਕੇ ਸਭ ਨੂੰ ਬਚਾ ਲਿਆ ਤੇ ਇੰਦਰ ਦਾ ਹੰਕਾਰ ਤੋੜ ਦਿੱਤਾ। ਤੇ ਉਹ ਰਿਸ਼ੀਆਂ ਦੀ ਤਪੱਸਿਆ ਭੰਗ ਕਰਨ ਵਾਲੀਆਂ ਗੱਲਾਂ ਵੀ ਨੇ, ਅਪਸਰਾਵਾਂ ਭੇਜਣੀਆਂ। ਹਾਂ, ਜਿਵੇਂ ਵਿਸ਼ਵਾਮਿੱਤਰ ਕੋਲ ਮੇਨਕਾ ਨੂੰ ਭੇਜਿਆ। ਇਹ ਸਭ ਉਹਨਾਂ ਦੇ ਆਪਣੇ ਸਿੰਘਾਸਨ ਦੇ ਡਰ ਨੂੰ ਦਿਖਾਉਂਦਾ ਏ। ਤਾਂ ਫਿਰ ਇਹ ਦੋਵੇਂ ਤਰ੍ਹਾਂ ਦੇ ਚਿੱਤਰਣ, ਇਹਨਾਂ 'ਚ ਤਾਲਮੇਲ ਕਿਵੇਂ ਬਿਠਾਈਏ? ਇੱਕ ਪਾਸੇ ਮਹਾਨ ਯੋਧਾ, ਦੂਜੇ ਪਾਸੇ ਇਹ ਸਭ। ਇੱਕ ਵਿਆਖਿਆ ਜਿਹੜੀ ਪੁਰਾਣਾ ਵਿੱਚ ਮਿਲਦੀ ਹੈ, ਉਹ ਇਹ ਹੈ ਕਿ ਇੰਦਰ ਅਸਲ ਵਿੱਚ ਇੱਕ ਅਹੁਦਾ ਹੈ, ਇੱਕ ਪਦ ਹੈ। ਅੱਛਾ, ਇੱਕ ਪੋਸਟ ਵਾਂਗ? ਹਾਂਜੀ ਬਿਲਕੁਲ, ਜਿਹੜੀ ਬਹੁਤ ਵੱਡੇ ਪੁੰਨ ਕਰਮ ਜਿਵੇਂ 100 ਅਸ਼ਵਮੇਧ ਯੱਗ ਕਰਨ ਨਾਲ ਮਿਲਦੀ ਹੈ। ਤੇ ਹਰ ਮਨਵੰਤਰ ਵਿੱਚ, ਮਤਲਬ ਸਮੇਂ ਦੇ ਇੱਕ ਵੱਡੇ ਚੱਕਰ ਵਿੱਚ, ਇਹ ਬਦਲ ਜਾਂਦੀ ਹੈ। ਤਾਂ ਮਤਲਬ ਪਦਵੀ ਤਾਂ ਮਹਾਨ ਹੈ, ਪਰ ਉਸ ਤੇ ਬੈਠਣ ਵਾਲਾ ਬੰਦਾ ਕਮਜ਼ੋਰੀਆਂ ਵਾਲਾ ਹੋ ਸਕਦਾ ਹੈ। ਕੁਝ ਇਸ ਤਰ੍ਹਾਂ ਇਹ ਇੱਕ ਤਰੀਕਾ ਹੈ ਇਹਨਾਂ ਅਸੰਗਤੀਆਂ ਨੂੰ ਸਮਝਾਉਣ ਦਾ। ਹਾਲਾਂਕਿ ਇਹ ਵੀ ਗੱਲ ਹੈ ਕਿ ਵੇਦਾਂ ਵਿੱਚ ਇੰਦਰ ਇੱਕ ਖਾਸ ਦੇਵਤਾ ਹੀ ਲੱਗਦੇ ਨੇ, ਅਹੁਦਾ ਨਹੀਂ। ਹਾਂ, ਕੁਝ ਲੋਕ ਖਾਸ ਕਰਕੇ ਆਨਲਾਈਨ ਚਰਚਾਵਾਂ 'ਚ ਇਸ ਨੂੰ ਬਾਅਦ ਦੀ ਵਿਆਖਿਆ ਹੀ ਮੰਨਦੇ ਨੇ। ਸ਼ਾਇਦ ਧਾਰਮਿਕ ਵਿਚਾਰਧਾਰਾ ਦਾ ਬਦਲਣਾ ਵੀ ਕਾਰਨ ਹੋਵੇਗਾ। ਯਕੀਨਨ ਵੇਦਾਂ ਦੇ ਸਮੇਂ ਕੁਦਰਤੀ ਸ਼ਕਤੀਆਂ ਵਾਲੇ ਦੇਵਤਿਆਂ ਦੀ ਬਹੁਤ ਮਹੱਤਤਾ ਸੀ। ਬਾਅਦ ਵਿੱਚ ਜਿਵੇਂ-ਜਿਵੇਂ ਦਾਰਸ਼ਨਿਕ ਵਿਚਾਰ, ਜਿਵੇਂ ਬ੍ਰਹਮ, ਆਤਮਾ, ਇਹਨਾਂ ਦਾ ਵਿਕਾਸ ਹੋਇਆ ਤੇ ਖਾਸ ਕਰਕੇ ਭਗਤੀ ਲਹਿਰਾਂ ਚੱਲੀਆਂ, ਜਿਹੜੀਆਂ ਵਿਸ਼ਨੂੰ ਤੇ ਸ਼ਿਵ ਜੀ ਤੇ ਕੇਂਦਰਿਤ ਸਨ। ਹਾਂ, ਤਾਂ ਕੁਦਰਤੀ ਤੌਰ ਤੇ ਇੰਦਰ ਵਰਗੇ ਦੇਵਤਿਆਂ ਦੀ ਪਹਿਲਾਂ ਵਾਲੀ ਕੇਂਦਰੀ ਭੂਮਿਕਾ ਘਟ ਗਈ। ਇਹ ਵੀ ਕਮਾਲ ਦੀ ਗੱਲ ਹੈ ਕਿ ਇੰਦਰ ਦਾ ਜ਼ਿਕਰ ਸਿਰਫ ਹਿੰਦੂ ਧਰਮ ਤੱਕ ਹੀ ਸੀਮਤ ਨਹੀਂ। ਬਿਲਕੁਲ ਨਹੀਂ। ਬੁੱਧ ਧਰਮ ਵਿੱਚ ਉਹਨਾਂ ਨੂੰ ਸ਼ੱਕਰ ਕਹਿੰਦੇ ਨੇ, ਪਾਲੀ ਭਾਸ਼ਾ 'ਚ ਸਖ। ਉਹ ਤਾਵਤੀਨ ਸਨਾਨ ਦੇ ਸਵਰਗ ਦੇ ਰਾਜਾ ਨੇ। ਪਰ ਉੱਥੇ ਉਹਨਾਂ ਦਾ ਦਰਜਾ ਵੱਖਰਾ ਹੋਣਾ। ਹਾਂ, ਉੱਥੇ ਉਹ ਬੁੱਧ ਦੇ ਇੱਕ ਮੁੱਖ ਸ਼ਰਧਾਲੂ ਤੇ ਸੇਵਕ ਨੇ ਤੇ ਕਰਮ ਤੇ ਪੁਨਰ ਜਨਮ ਦੇ ਚੱਕਰ ਵਿੱਚ ਬੱਝੇ ਹੋਏ ਨੇ। ਅੱਛਾ ਜੀ। ਤੇ ਜੈਨ ਧਰਮ ਵਿੱਚ, ਜੈਨ ਪਰੰਪਰਾ ਵਿੱਚ ਸੌਧਰਮ ਇੰਦਰ ਨੇ, ਉਹ ਵੀ ਸਵਰਗ ਦੇ ਦੇਵਤਿਆਂ ਦੇ ਰਾਜਾ। ਉਹ ਤੀਰਥੰਕਰਾਂ ਦੇ ਜੀਵਨ ਦੇ ਜਿਹੜੇ ਮਹੱਤਵਪੂਰਨ ਮੌਕੇ ਹੁੰਦੇ ਨੇ, ਪੰਚ ਕਲਿਆਣਕ, ਉਹਨਾਂ ਨੂੰ ਮਨਾਉਂਦੇ ਨੇ, ਖਾਸ ਕਰਕੇ ਜਨਮ ਵੇਲੇ ਦਾ ਅਭਿਸ਼ੇਕ। ਬਹੁਤ ਦਿਲਚਸਪ। ਤੇ ਜੇ ਆਪਾਂ ਹੋਰ ਪਿੱਛੇ ਜਾਈਏ ਦੂਜੀਆਂ ਸਭਿਅਤਾਵਾਂ ਵੱਲ, ਤਾਂ ਯੂਨਾਨ ਦੇ ਜ਼ੀਅਸ ਤੇ ਨਾਰਸ ਮਿਥਿਆਸ ਦੇ ਥੌਰ ਨਾਲ ਵੀ ਕੁਝ ਮੇਲ ਖਾਂਦਾ ਹੈ। ਹਾਂਜੀ, ਕਾਫੀ ਸਮਾਨਤਾਵਾਂ ਨੇ। ਤਿੰਨੋਂ ਹੀ ਆਸਮਾਨ ਤੇ ਤੂਫਾਨ ਦੇ ਮੁੱਖ ਦੇਵਤੇ ਨੇ। ਤੇ ਤਿੰਨਾਂ ਕੋਲ ਬਿਜਲੀ ਵਾਲਾ ਹਥਿਆਰ ਹੈ। ਵਜਰ ਹੈ, ਜ਼ੀਅਸ ਦਾ ਥੰਡਰਬੋਲਟ, ਥੌਰ ਦਾ ਮੁਜੋਲਨੀਰ। ਬਿਲਕੁਲ, ਤੇ ਤਿੰਨੋਂ ਹੀ ਇੱਕ ਵੱਡੇ ਸੱਪ ਜਾਂ ਦੈਂਤ ਨਾਲ ਲੜਦੇ ਨੇ। ਇੰਦਰ ਵ੍ਰਿਤਰ ਨਾਲ, ਜ਼ੀਅਸ ਟਾਈਫੋਨ ਨਾਲ ਤੇ ਥੌਰ ਯੋਰਮੁੰਗਾਂਡਰ ਨਾਲ। ਇਹ ਸਾਂਝੀਆਂ ਜੋੜਾਂ ਵੱਲ ਇਸ਼ਾਰਾ ਕਰਦਾ ਹੈ, ਜਿਹਨੂੰ ਵਿਦਵਾਨ ਪ੍ਰੋਟੋ ਇੰਡੋ ਯੂਰੋਪੀਅਨ ਕਹਿੰਦੇ ਨੇ। ਇੰਦਰ ਤੇ ਜ਼ੀਅਸ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਦੀਆਂ ਕਹਾਣੀਆਂ ਵੀ ਮਿਲਦੀਆਂ ਜੁਲਦੀਆਂ ਲੱਗਦੀਆਂ। ਹਾਂ, ਕੁਝ ਸਮਾਨਤਾਵਾਂ ਉੱਥੇ ਵੀ ਨੇ, ਪਰ ਇੱਕ ਵੱਡਾ ਫਰਕ ਇਹ ਹੈ ਕਿ ਹਿੰਦੂ ਧਰਮ ਵਿੱਚ ਸਮੇਂ ਨਾਲ ਇੰਦਰ ਦਾ ਮਹੱਤਵ ਘਟਿਆ, ਜਦਕਿ ਜ਼ੀਅਸ ਤੇ ਥੌਰ ਆਪੋ ਆਪਣੇ ਮਿਥਿਆਸ ਵਿੱਚ ਸਿਖਰ ਤੇ ਰਹੇ। ਤਾਂ ਕੁੱਲ ਮਿਲਾ ਕੇ
ਇੰਦਰ ਦਾ ਸਫ਼ਰ ਵੇਦਾਂ ਦੇ ਇੱਕ ਬਹੁਤ ਹੀ ਸਤਿਕਾਰਤ ਸ਼ਕਤੀਸ਼ਾਲੀ ਯੋਧੇ ਤੋਂ ਸ਼ੁਰੂ ਹੋ ਕੇ ਪੁਰਾਣਾ ਦੇ ਇੱਕ ਅਜਿਹੇ ਰਾਜੇ ਤੱਕ ਪਹੁੰਚਦਾ ਹੈ ਜਿਸ ਦੀਆਂ ਕਹਾਣੀਆਂ ਸਾਨੂੰ ਸ਼ਕਤੀ, ਹੰਕਾਰ ਤੇ ਨੈਤਿਕਤਾ ਬਾਰੇ ਸੋਚਣ ਲਾਉਂਦੀਆਂ ਨੇ। ਹਾਂ, ਇਹ ਦਰਸਾਉਂਦਾ ਹੈ ਕਿ ਕਿਵੇਂ ਸਮਾਜ ਦੀਆਂ ਕਦਰਾਂ ਕੀਮਤਾਂ ਬਦਲਣ ਨਾਲ ਪ੍ਰਾਚੀਨ ਸ਼ਖਸੀਅਤਾਂ ਤੇ ਉਹਨਾਂ ਦੀਆਂ ਕਥਾਵਾਂ ਦੇ ਅਰਥ ਵੀ ਬਦਲ ਜਾਂਦੇ ਨੇ। ਤੇ ਅਖੀਰ ਵਿੱਚ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਕਿ ਇੰਦਰ ਨੂੰ ਸਿਰਫ ਇੱਕ ਦੇਵਤਾ ਦੀ ਥਾਂ ਤੇ ਇੱਕ ਪਦਵੀ ਵਜੋਂ ਦੇਖਣਾ, ਭਾਵੇਂ ਇਹ ਬਾਤ ਦੀ ਵਿਆਖਿਆ ਹੀ ਕਿਉਂ ਨਾ ਹੋਵੇ, ਸਾਨੂੰ ਅੱਜ ਦੀ ਲੀਡਰਸ਼ਿਪ, ਉਸ ਦੀ ਤਾਕਤ ਤੇ ਉਸ ਨਾਲ ਜੁੜੇ ਖਤਰਿਆਂ ਜਿਵੇਂ ਹੰਕਾਰ ਜਾਂ ਆਸ ਰੱਖਿਆ ਨੂੰ ਸਮਝਣ ਦਾ ਕੋਈ ਨਵਾਂ ਤਰੀਕਾ ਦਿੰਦਾ ਹੈ। ਇਹ एक विचारण वाली गल है। देवराज इंद्र एक नाम जिसके साथ हम शक्ति को जोड़ते हैं, वैदिक काल के महान योद्धा, पर फिर पौराणिक कथाओं में एक बिल्कुल अलग ही तस्वीर दिखती है। हाँ बिल्कुल, एक काफी जटिल और कभी-कभी तो विवादास्पद सी छवि बन जाती है उनकी। आज हमारे पास जो सामग्री है, देवराज इंद्र दस्तावेज, अहल्या पर विकिपीडिया से कुछ जानकारी और दूसरे नोट्स, हम उससे इंद्र के इसी बदलाव को समझने की कोशिश करेंगे। उनकी कहानियां, खासकर वो अहल्या वाला किस्सा और उनके जो प्रतीक हैं उन पर बात करेंगे। तो शुरू करें। जरूर। और इसमें जो सबसे फैसिनेट करने वाली बात है ना, वो ये है कि इंद्र का ये जो ट्रांसफॉर्मेशन है, ये सिर्फ माइथोलॉजी का हिस्सा नहीं है। अच्छा। हाँ, ये असल में दिखाता है कि इंडिया की जो स्पिरिचुअल और कल्चरल सोच है ना, उसमें कितने गहरे बदलाव आए हैं। मतलब वक्त के साथ आइडियल्स और वैल्यूज कैसे बदलते हैं। सही कहा। तो शुरुआत ऋग्वेद से करते हैं। वहां तो इंद्र मतलब सर्वोच्च है, बिल्कुल टॉप पर। लगभग 1/4 सूक्त। सोचिए, ऋग्वेद के 1/4 भजन उन्हीं के लिए। वो शक्ति, वीरता, युद्ध के देवता हैं और उनका सबसे बड़ा काम वो वृत्र वाला, वृत्र नाम का असुर, जिसे अही यानी सांप भी कहा गया है। हाँ, जिसने कहते हैं दुनिया का सारा पानी रोक रखा था। बिल्कुल। और इंद्र ने अपने वज्र से उसे मारकर नदियों को आजाद कराया, जीवन वापस लाया। इसलिए उन्हें पुरंदर भी कहते हैं, किलों को तोड़ने वाला। पुरंदर। हाँ, वृत्रवध की कहानी सिर्फ एक राक्षस को मारने की नहीं है, ये काफी गहरी है। ये असल में ऋत यानी जो कॉस्मिक ऑर्डर है, व्यवस्था है, उसकी अनृत यानी केओस, अव्यवस्था पर जीत है। और नेचर के लेवल पर देखें तो ये बिजली चमकने यानी इंद्र का वज्र, अच्छा, और उससे बादलों का फटना यानी वृत्र का मारा जाना, और फिर बारिश होना, मतलब जीवन देने वाली शक्ति की जीत। ये तो हुई वैदिक काल की बात, पर फिर जब हम पुराणों में आते हैं, इंद्र का कैरेक्टर एकदम बदल जाता है। हाँ बिल्कुल, यहाँ वो अक्सर थोड़े भोग विलासी, अपनी पोजीशन को लेकर इनसिक्योर, हाँ, असुरक्षित, हाँ, और कई बार तो गलत काम करते हुए भी दिखाए जाते हैं। और अहल्या की कहानी तो शायद इसका सबसे बड़ा उदाहरण है ना। बिल्कुल। संक्षेप में यही कि इंद्र ने गौतम ऋषि का भेष बदला और उनकी पत्नी अहल्या के साथ छल किया। हाँ, पर यह कहानी भी सीधी नहीं है। इसके कई वर्जन मिलते हैं। कुछ पुराने टेक्स्ट्स जैसे रामायण के बाल कांड के कुछ पार्ट, उनमें ऐसा आता है कि अहल्या जानती थी कि वो इंद्र हैं, फिर भी उन्होंने सहमति दी। ओह। पर ज्यादातर बाद की कथाओं में उन्हें पूरी तरह निर्दोष बताया गया है। इंद्र की चाल का शिकार और फिर गौतम ऋषि का श्राप मिला। श्राप क्या था? कहीं पर अदृश्य होने का जिक्र है, पर सबसे फेमस तो पत्थर बन जाने वाला है। हाँ, वही सबसे ज्यादा प्रचलित है। और फिर भगवान राम के पैरों की धूल से उनका उद्धार होता है। और दिलचस्प बात ये कि अहल्या पंचकन्याओं में भी शामिल है, मतलब उन 5 पवित्र स्त्रियों में। बिल्कुल, जिनकी कहानी जटिल होने के बावजूद उन्हें पवित्र माना गया। ये अपने आप में दिखाता है कि पवित्रता या नैतिकता की धारणा कितनी परतदार हो सकती है। अहल्या की कहानी हालात, नियत और नियमों पर सोचने को मजबूर करती है। फिर जैसे जैसे वक्त बीता, हिंदू धर्म में त्रिदेवों का महत्व बहुत बढ़ गया। ब्रह्मा, विष्णु, शिव। हाँ, और भक्ति मूवमेंट भी। सही। तो इससे इंद्र की वो जो वैदिक वाली सुप्रीम पोजीशन थी, वो धीरे धीरे कम होती गई। उनका कैरेक्टर एक हीरो से ज्यादा इंसानी कमजोरियों वाले राजा जैसा हो गया। अहंकार, ईर्ष्या, वासना सब दिखता है। और यहीं पर वो आइडिया भी आया कि इंद्र शायद कोई एक व्यक्ति नहीं, बल्कि स्वर्ग के राजा का एक पद है, एक पोस्ट। हाँ, ये बात काफी इंटरेस्टिंग है। ये बहुत महत्वपूर्ण है। ये दिखाता है कि दुनियावी ताकत जो है वो टेम्परेरी है और ईगो, अहंकार कितना खतरनाक हो सकता है। ये पद महान कर्मों से, जैसे 100 अश्वमेध यज्ञ करने से मिलता है, और हर मनवंतर यानी एक लंबे टाइम पीरियड के बाद बदलता रहता है। अच्छा। इससे इंद्र के चरित्र की कमियों को एक कॉन्टेक्स्ट मिलता है कि देखो, पद तो ऊंचा है, पर उस पे बैठने वाला इंसान गलतियां कर सकता है। तो इंद्र का चरित्र एक तरह से नैतिक सबक बन गया कि सबसे बड़ी ताकत भी कर्म और धर्म के नीचे है। बिल्कुल। अगर तुलना करें तो इंद्र की तुलना अक्सर ग्रीक देवता ज़्यूस से होती है। हाँ, होती है। दोनों आसमान और बिजली के देवता हैं, अपने अपने देवताओं के राजा हैं। और दोनों के कैरेक्टर में नैतिक कमियां भी हैं, खासकर प्रेम संबंधों को लेकर। समानताएं हैं, पर बड़ा फर्क वही पद वाली बात है। इंद्र एक टेम्पररी पोस्ट है, ज़्यूस एक परमानेंट देवता है। और दूसरा बड़ा फर्क, ज़्यूस ग्रीक मिथकों के आखिर तक टॉप पर रहे, जबकि हिंदू धर्म में इंद्र का महत्व त्रिदेवों के मुकाबले काफी कम हो गया। हाँ, वो ज्यादातर बारिश के देवता या स्वर्ग के एक एडमिनिस्ट्रेटर जैसे हो गए। बिल्कुल। तो आज हमने देखा कि कैसे इंद्र का चरित्र वैदिक नायक से पौराणिक राजा तक बदला, उनके पराक्रम, उनके पतन और अहल्या की कहानी की जटिलताओं को समझा। इंद्र की ये यात्रा वाकई मानवीय कमजोरियों, बदलते मूल्यों और शक्ति के स्वभाव का एक दिलचस्प अध्ययन है। और ये हमें एक अहम सवाल पे छोड़ जाती है
कि जब हम देवताओं में इंसानी कमजोरियां देखते हैं, गुस्सा, डर, वासना, तो क्या इससे वो हमारे लिए ज्यादा रिलेटेबल हो जाते हैं? क्या हम उनसे बेहतर जुड़ पाते हैं? या फिर कहीं ये उनकी दिव्यता को कम तो नहीं कर देता? सोचने वाली बात है। बिल्कुल, इस पर विचार किया जा सकता है। The king of the gods, hero, villain, or something else? In our tales of gods, we celebrate Mahadev, but what about the king he served? A ruler once worshipped above all others, whose story is now a warning. Let's uncover the secret of the most powerful, most controversial king in the cosmos. Have you ever wondered if the lightning that flashes across the sky or the thunder that shakes the ground is more than just a weather phenomenon? What if it's a display of a god's power and fury, the power of a king at whose command the universe itself would tremble? Today we tell the story of the king of the Devas, once their greatest warrior, hailed in the Vedas as Purandar, the breaker of forts. We are talking about Indra, the lord of rain, storms and the thunderbolt. In the age of legends, Indra was the ultimate celestial champion. Nearly a quarter of the entire Rig Veda is filled with hymns praising him. He was the champion who slayed the terrifying demon Vritrasura, freeing the rivers and allowing life to flourish on earth. His weapon, the mighty Vajra, wasn't forged from any ordinary metal. It was created from the ultimate sacrifice of the great sage Dadhichi, from his very bones. It is a symbol of the unbeatable power of Dharma. His royal vehicle, the majestic elephant Airavata, was a sign of his power and glory, and his capital Amravati was the center of all heavenly luxuries. But with time, this unbeatable power and fame brought a new twist to the story. But absolute power can corrupt absolutely, and so the same heroic Indra, in later mythological tales, becomes a king who is deeply insecure about his own throne. Whenever a sage or a king started gaining too much power through meditation, Indra's throne would begin to shake. To protect his position, he sometimes used deception, like sending the beautiful Apsara Menaka to break the meditation of sage Vishwamitra. In the story of Ahalya, we see his uncontrolled desire, and in the Govardhan Leela, we witness his pride being crushed by Lord Krishna. This raises the question, who was the real Indra, a brave hero or an insecure king? The answer to this paradox is hidden in a deep secret. In reality, Indra is not the name of one person. It is a post, a title. It is the designation for the king of heaven. His story is the greatest example of the right and wrong ways to use power. Indra's journey reminds us that true strength isn't in external power or outward grandeur, but in our inner character and commitment to dharma. So that was the story of Devraj Indra, from a Vedic hero to a complex mythological character. His tale teaches us that no matter how powerful you become, ego and arrogance will always lead to your downfall. If you love the story of the King of Gods, show your appreciation by liking and sharing this video, and definitely tell us in the comments which part of Indra's story surprises you the most. And yes, for more such thrilling stories, don't forget to subscribe. The next time you hear a clap of thunder, remember the king whose story still teaches us so much today. See you in the next exciting story. हम सब जानते हैं देवों के देव महादेव हैं, पर क्या आप देवों के राजा को जानते हैं? वो राजा कौन है? आज खोलेंगे ब्रह्मांड के सबसे शक्तिशाली, सबसे विवादास्पद राजा का रहस्य। क्या आपने कभी सोचा है कि आकाश में चमकने वाली बिजली और गरजते हुए बादल सिर्फ एक मौसम की घटना नहीं, बल्कि एक देवता का क्रोध और शक्ति का प्रदर्शन हो सकता है? एक ऐसा राजा जिसके एक इशारे पर ब्रह्मांड कांप उठता था। आज हम कहानी सुनाएंगे उस देवराज की जो कभी देवताओं के सबसे वीर योद्धा थे, जिन्हें वेदों में पुरंदर यानी किलों को तोड़ने वाला कहा गया। हम बात कर रहे हैं देवराज इंद्र की, वर्षा, तूफान और वज्र के स्वामी। इंद्र वो महानायक थे जिनकी स्तुति में ऋग्वेद के लगभग 1/4 हिस्से लिखे गए हैं। वो इंद्र जिन्होंने वृत्रासुर जैसे भयानक असुर का वध करके नदियों को मुक्त कराया और धरती पर जीवन संभव बनाया। उनका अस्त्र वज्र, जो किसी साधारण धातु से नहीं बल्कि महर्षि दधीची के महान आत्म बलिदान से उनकी अस्थियों से बना था, ये धर्म की अजय शक्ति का प्रतीक है। उनका वाहन ऐरावत हाथी शाही शक्ति और गौरव का चिन्ह है। उनकी राजधानी अमरावती स्वर्ग के ऐश्वर्य का केंद्र थी।
लेकिन समय के साथ इसी अजय शक्ति और ऐश्वर्य ने कहानी में एक नया मोड़ ला दिया। वही वीर इंद्र पौराणिक कथाओं में एक ऐसे राजा बन जाते हैं जो अपने ही सिंहासन को लेकर असुरक्षित महसूस करते हैं। जब भी कोई ऋषि या राजा तपस्या से ज्यादा शक्ति हासिल करने लगता तो इंद्र का सिंहासन डोलने लगता। अपने पद को बचाने के लिए वो कभी कभी छल का भी सहारा लेते, जैसे विश्वामित्र की तपस्या भंग करने के लिए अप्सरा मेनका को भेजना। अहल्या प्रसंग में हम उनकी अनियंत्रित वासना का रूप देखते हैं, तो गोवर्धन लीला में भगवान कृष्ण के सामने उनके अहंकार का मर्दन होता है। तो सवाल उठता है, कौन थे असली इंद्र, एक वीर नायक या एक असुरक्षित राजा? इस विरोधाभास का जवाब छिपा है एक गहरे रहस्य में। असल में इंद्र किसी एक व्यक्ति का नाम नहीं, बल्कि एक पद है, देवलोक के राजा की उपाधि है। उनकी कहानी शक्ति के सही और गलत इस्तेमाल का सबसे बड़ा उदाहरण है। इंद्र की कहानी हमें याद दिलाती है कि असली शक्ति बाहरी दिखावे में नहीं, बल्कि आंतरिक गुणों और धर्म के पालन में है। तो ये थी कहानी देवराज इंद्र की, वैदिक नायक से लेकर एक जटिल पौराणिक चरित्र तक। उनकी कहानी हमें सिखाती है कि चाहे आप कितने भी शक्तिशाली क्यों ना हो, अहंकार हमेशा पतन का कारण बनता है। अगर आपको देवराज की ये कहानी पसंद आई तो इस वीडियो को अपना प्यार दें, लाइक और शेयर करें, और कमेंट्स में जरूर बताएं इंद्र की कौन सी कहानी आपको सबसे ज्यादा चौंकाती है। और हाँ, ऐसी ही रोमांचक कहानियों के लिए सब्सक्राइब करना मत भूलना। अगली बार जब बिजली कड़केगी तो याद करिएगा उस राजा को जिसकी कहानी हमें आज भी बहुत कुछ सिखाती है। मिलते हैं अगली रोमांचक कहानी में।